मैं समझदा कि एक तरीके नाल ये सरकार वालों भद्दा मजाक है, गोंगलों तो मिट्टी झाड़न वाला काम है। ਇਹ ਸਰਕਾਰ ਕਰਦੀ ਕੀ ਹੈ ਕਿ ਪਹਿਲਾਂ ਆਪਦਾ ਰਟਿਆ ਰਟਾਇਆ ਬਣਿਆ ਬਣਾਇਆ ਜਿਹੜਾ ਉਹਨਾਂ ਨੂੰ ਮਤੇ ਨੇ ਉਹ ਲਿਆਉਂਦੇ ਨੇ ਤੇ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੰਦੇ ਨੇ। ਸਾਡੀ ਲੋਕਾਂ ਦੀ ਸੁਣਦਾ ਕੋਈ ਨਹੀਂ ਹੈਗਾ, ਮੈਜੋਰਿਟੀ ਉਹਨਾਂ ਕੋਲੇ ਉਹ ਪਾਸ ਕਰਕੇ ਪਾਸੇ ਮਾਰਦੇ ਨੇ। ਜੇ ਤਾਂ ਸਰਕਾਰ ਦੀ ਨੀਅਤ ਔਰ ਨੀਤੀ ਸਾਫ਼ ਹੋਵੇ ਫਿਰ ਤਾਂ ਪੰਜਾਬ ਵਿਧਾਨ ਸਭਾ ਬਹੁਤ ਵੱਡੇ ਪੱਧਰ ਦੇ ਉੱਪਰ ਇਮਾਨਦਾਰ ਤਰੀਕੇ ਨਾਲ ਜੇ ਕਰਨਾ ਚਾਹੁੰਦੀ ਹੈ ਤੇ ਫਿਰ ਤਾਂ ਬਹੁਤ ਫਾਇਦੇਮੰਦ ਹੋ ਸਕਦਾ ਹੈ। ਪਰ ਜੇ ਸਿਰਫ ਔਰ ਸਿਰਫ ਇਹਨਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਕਿਸਾਨਾਂ ਦੀਆਂ ਵੋਟਾਂ ਲੈਣ ਦੇ ਲਈ ਹੀ ਇੱਕ ਕਾਂਗਰਸੀ ਜਾਂ ਮਤਾ ਲੈ ਕੇ ਆਉਣਾ ਜਾਂ ਸਰਕਾਰੀ ਮਤਾ ਲੈ ਕੇ ਆਉਣਾ ਤੇ ਉਦੋਂ ਤਾਂ ਕੋਈ ਫਾਇਦਾ ਨਹੀਂ ਹੋਣਾ ਹੈਗਾ। ਪੰਜਾਬ ਸਰਕਾਰ ਵੱਲੋਂ ਕਿਸਾਨੀ ਮੁੱਦੇ ਨੂੰ ਲੈ ਕੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਗਿਆ ਹੈ। ਇਸ ਮੁੱਦੇ ਤੇ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਮਨ ਅਰੋੜਾ ਜੀ ਨਾਲ। ਅਰੋੜਾ ਸਾਹਿਬ, ਇੱਕ ਦਿਨ ਦਾ ਸੈਸ਼ਨ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ, ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਕਿ ਇੱਕ ਤਰੀਕੇ ਨਾਲ ਇਹ ਸਰਕਾਰ ਵੱਲੋਂ ਭੱਦਾ ਮਜ਼ਾਕ ਹੈ, ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ। ਵੈਸੇ ਚਲੋ ਚਾਹੇ ਇੱਕ ਦਿਨ ਦਾ ਹੀ ਅਸੀਂ ਵੈਲਕਮ ਕਰਦੇ, ਪਰ ਮੈਂ ਸਮਝਦਾ ਕਿ ਇਹ ਜਿਸ ਲੈਵਲ ਦਾ ਵੱਡਾ ਗੰਭੀਰ ਮੁੱਦਾ ਹੈ, ਪੰਜਾਬ ਦੀ ਕਿਸਾਨੀ, ਪੰਜਾਬ ਦਾ ਪੇਂਡੂ ਅਰਥਚਾਰਾ, ਪੰਜਾਬ ਦਾ ਆੜਤੀਆ ਔਰ ਮਜ਼ਦੂਰ ਹੈ ਜਿਹੜਾ, ਪੂਰੀ ਅਰਥ ਵਿਵਸਥਾ ਜਿਹੜੀ ਇਹਦੇ ਨਾਲ ਇਫੈਕਟ ਹੋਣੀ ਹੈ। ਸੋ ਇਹ ਸੈਸ਼ਨ ਹੈ ਜਿਹੜਾ ਉਹ ਇੱਕ ਦਿਨ ਦੀ ਬਜਾਏ ਇਹ ਘੱਟੋ ਘੱਟ ਇੱਕ ਹਫ਼ਤੇ ਦਾ ਹੋਣਾ ਚਾਹੀਦਾ ਸੀਗਾ। ਔਰ ਇਸ ਸੈਸ਼ਨ ਨੂੰ ਬੁਲਾਏ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਜ਼ਾਤੀ ਤੌਰ ਦੇ ਉੱਪਰ ਡਿਊਟੀ ਬਣਦੀ ਸੀਗੀ ਕਿ ਜੋ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਉਸ ਤੋਂ ਪਹਿਲਾਂ 2 ਦਿਨ ਦਾ ਇੱਕ ਹੋਰ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਜਾਣਾ ਚਾਹੀਦਾ, ਜਿਸ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਹੋਣ, ਕਿਸਾਨ ਭਰਾ ਨੇ ਉਹ ਹੋਣੇ ਚਾਹੀਦੇ ਨੇ ਉਹਨਾਂ ਦੇ ਨੁਮਾਇੰਦੇ, ਔਰ ਲੀਗਲ, ਕਨਸਟੀਟਿਊਸ਼ਨਲ ਔਰ ਐਗਰੀਕਲਚਰ ਐਕਸਪਰਟ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ, ਤਾਂ ਕਿ ਉਹਨਾਂ ਵੱਲੋਂ ਤਿਆਰ ਕੀਤਾ ਹੋਇਆ ਮਤਾ ਜਿਹੜਾ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇ। ਪੰਜਾਬ ਵਿਧਾਨ ਸਭਾ ਦੇ ਵਿੱਚ ਡਾਇਰੈਕਟਲੀ ਕੋਈ ਕਿਸਾਨ ਜਥੇਬੰਦੀਆਂ ਦੀ ਰਿਪਰੈਜ਼ੈਂਟੇਸ਼ਨ ਹੈ ਨਹੀਂ, ਸੋ ਇਸ ਕਰਕੇ ਮਤਾ ਉਹਨਾਂ ਵੱਲੋਂ ਤਿਆਰ ਹੋਣਾ ਚਾਹੀਦਾ, ਸਾਰਿਆਂ ਵੱਲੋਂ ਮਿਊਚੁਅਲੀ ਐਕਸੈਪਟੇਬਲ ਹੋਣਾ ਚਾਹੀਦਾ ਤੇ ਉਹ ਵਿਧਾਨ ਸਭਾ ਦੇ ਵਿੱਚ ਪਾਸ ਹੋਣਾ ਚਾਹੀਦਾ। ਤੇ ਕਿਉਂਕਿ ਜਿੰਨੀ ਵੱਡੀ ਪ੍ਰੋਬਲਮ ਇਹ ਕਿਸਾਨਾਂ ਨੂੰ ਆ ਰਹੀ ਹੈ, ਇਹਦਾ ਸਭ ਤੋਂ ਵਧੀਆ ਔਰ ਪੁਖਤਾ ਹੱਲ ਵੀ ਕਿਸਾਨ ਭਰਾਵਾਂ ਕੋਲ ਹੀ ਹੈ। ਅਰੋੜਾ ਜੀ, ਇੱਕ ਦਿਨ ਦਾ ਸੈਸ਼ਨ ਤੁਹਾਡੇ ਮੁਤਾਬਕ ਘੱਟ ਹੈ, ਇਹਨੂੰ ਵਧਾ ਦੇਣਾ ਚਾਹੀਦਾ? ਬਿਲਕੁਲ, ਮੈਂ ਤਾਂ ਕਹਿ ਰਿਹਾ ਜੀ ਕਿ ਘੱਟੋ ਘੱਟ ਇੱਕ ਹਫ਼ਤੇ ਦਾ ਹੋਣਾ ਚਾਹੀਦਾ, ਕਿਉਂਕਿ 3-4 ਦਿਨ ਤਾਂ ਇਹਦੇ ਉੱਪਰ ਪ੍ਰੋਪਰ ਡਿਸਕਸ਼ਨ ਹੋਣੀ ਚਾਹੀਦੀ ਹੈ। ਮਤਲਬ ਦੇਖੋ, ਵਿਧਾਨ ਸਭਾ ਕਾਹਦੇ ਵਾਸਤੇ ਬਣੀ ਹੈ? ਵਿਧਾਨ ਸਭਾ ਬਣੀ ਹੈ ਵੀ ਉੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ, ਸਾਰੀਆਂ ਪੋਲੀਟੀਕਲ ਨੁਮਾਇੰਦਿਆਂ ਦੇ, ਸਾਰੇ ਖਿੱਤਿਆਂ ਦੇ ਲੋਕ ਨੇ ਜਿਹੜੇ ਉਹ ਆਪੋ ਆਪਣੇ ਇਲਾਕੇ ਦੀਆਂ ਲਿਆ ਕੇ ਗੱਲਾਂ ਨੇ ਜਿਹੜੀਆਂ ਥਾਟ ਪ੍ਰੋਸੈਸਿਸ ਨੇ ਉਹ ਉੱਥੇ ਸ਼ੇਅਰ ਕਰ ਸਕਣ। ਵਿਧਾਨ ਸਭਾ ਇਸੇ ਵਾਸਤੇ ਹੁੰਦੀ ਹੈ। ਤੇ ਇਹ ਸਰਕਾਰ ਕਰਦੀ ਕੀ ਹੈ ਕਿ ਪਹਿਲਾਂ ਆਪਦਾ ਰਟਿਆ ਰਟਾਇਆ ਬਣਿਆ ਬਣਾਇਆ ਜਿਹੜਾ ਉਹਨਾਂ ਨੂੰ ਮਤੇ ਨੇ ਉਹ ਲਿਆਉਂਦੇ ਨੇ ਤੇ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੰਦੇ ਨੇ। ਸਾਡੀ ਲੋਕਾਂ ਦੀ ਸੁਣਦਾ ਕੋਈ ਨਹੀਂ ਹੈਗਾ, ਮੈਜੋਰਿਟੀ ਉਹਨਾਂ ਕੋਲੇ ਉਹ ਪਾਸ ਕਰਕੇ ਪਾਸੇ ਮਾਰਦੇ ਨੇ। ਇਸ ਕਰਕੇ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਇਨਕੰਪਲੀਟ ਪ੍ਰੋਸੈਸ ਹੈ, ਉਹ ਉਹਨਾਂ ਫਾਇਦੇਮੰਦ ਨਹੀਂ ਹੋ ਸਕਦਾ ਹੈਗਾ। ਜੇ ਪ੍ਰੋਪਰ ਚੀਜ਼ ਡਿਸਕਸ਼ਨ ਕੀਤੀ ਜਾਵੇ ਤਾਂ ਉਹ ਹਮੇਸ਼ਾ ਬੈਟਰ ਰਹਿੰਦੀ ਹੈ। ਹੁਣ ਕਿਉਂਕਿ ਪੰਜਾਬ ਦੇ ਵਜੂਦ ਨੂੰ ਬਚਾਉਣ ਦਾ ਸਵਾਲ ਹੈ, ਇਸ ਕਰਕੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਨਾਲੋਂ ਵੀ ਵੱਧ ਇਹਦੇ ਵਿੱਚ ਜਿਹੜਾ ਸੈਂਟੀਮੈਂਟ ਹੈ ਉਹ ਕਿਸਾਨਾਂ ਦਾ, ਉਹ ਲੀਗਲ ਐਕਸਪਰਟਸ ਦਾ, ਉਹ ਐਗਰੀਕਲਚਰ ਐਕਸਪਰਟਸ ਦਾ ਉਹ ਸ਼ਾਮਲ ਹੋਣਾ ਚਾਹੀਦਾ। ਇਸ ਕਰਕੇ ਸੈਸ਼ਨ ਵੀ ਲੰਬਾ ਹੋਣਾ ਚਾਹੀਦਾ ਤੇ ਉਹ ਤੋਂ ਪਹਿਲਾਂ ਇੱਕ ਡਿਸਕਸ਼ਨਾਂ, ਡੈਲੀਬਰੇਸ਼ਨਾਂ ਦੀ ਮੀਟਿੰਗ ਵੀ 2 ਦਿਨ ਚੱਲਣੀ ਚਾਹੀਦੀ ਹੈ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੀ ਜਿਹੜਾ ਇਹ ਸੈਸ਼ਨ ਹੈ ਕਿਸਾਨਾਂ ਦੇ ਹੱਕ 'ਚ ਆਉਣ ਵਾਲਾ ਤੇ ਕਿਸਾਨਾਂ ਨੂੰ ਇਹਦਾ ਫਾਇਦਾ ਮਿਲ ਸਕਦਾ? ਨਹੀਂ, ਦੇਖੋ, ਜੇ ਤਾਂ ਸਰਕਾਰ ਦੀ ਨੀਅਤ ਔਰ ਨੀਤੀ ਸਾਫ਼ ਹੋਵੇ ਫਿਰ ਤਾਂ ਪੰਜਾਬ ਵਿਧਾਨ ਸਭਾ ਬਹੁਤ ਵੱਡੇ ਪੱਧਰ ਦੇ ਉੱਪਰ ਇਮਾਨਦਾਰ ਤਰੀਕੇ ਨਾਲ ਜੇ ਕਰਨਾ ਚਾਹੁੰਦੀ ਹੈ ਤੇ ਫਿਰ ਤਾਂ ਬਹੁਤ ਫਾਇਦੇਮੰਦ ਹੋ ਸਕਦਾ। ਪਰ ਜੇ ਸਿਰਫ ਔਰ ਸਿਰਫ ਇਹਨਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਕਿਸਾਨਾਂ ਦੀਆਂ ਵੋਟਾਂ ਲੈਣ ਦੇ ਲਈ ਹੀ ਇੱਕ ਕਾਂਗਰਸੀ ਜਾਂ ਮਤਾ ਲੈ ਕੇ ਆਉਣਾ ਜਾਂ ਸਰਕਾਰੀ ਮਤਾ ਲੈ ਕੇ ਆਉਣਾ ਤੇ ਉਦੋਂ ਤਾਂ ਕੋਈ ਫਾਇਦਾ ਨਹੀਂ ਹੋਣਾ ਹੈਗਾ, ਉਹ ਤਾਂ ਕਾਊਂਟਰ ਪ੍ਰੋਡਕਟਿਵ ਹੋਊਗਾ। ਸੋ ਇਸ ਕਰਕੇ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਕਿਸਾਨ ਭਰਾਵਾਂ ਦੀ ਸਹਿਮਤੀ ਦੇ ਨਾਲ ਉਹਨਾਂ ਵੱਲੋਂ ਤਿਆਰ ਕੀਤਾ ਹੋਇਆ ਮਤਾ ਜਿਹੜਾ ਉਹ ਇਸ ਸੈਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ। ਕਾਂਗਰਸੀ ਮਤਾ, ਇਹ ਚੰਗੀ ਤਰ੍ਹਾਂ ਸਮਝਾਓ, ਕਾਂਗਰਸੀ ਮਤਾ ਹੀ ਕਿਉਂ ਗਿਆ? ਕਿਉਂਕਿ ਜਿਹੜੀ ਕੈਪਟਨ ਸਾਹਿਬ ਨੇ ਇੱਕ ਸੈਸ਼ਨ ਬੁਲਾਇਆ ਸਿਰਫ ਕਿਸਾਨਾਂ ਵਾਸਤੇ ਹੀ ਬੁਲਾਇਆ, ਕਾਂਗਰਸੀ ਮਤੇ? ਇਹ ਸੈਸ਼ਨ ਬੁਲਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਕਈ ਵਾਰੀ ਮਨਾ ਵੀ ਕਰ ਚੁੱਕੇ ਕਿ ਮੈਂ ਨਹੀਂ ਬੁਲਾਉਣਾ ਹੈਗਾ, ਤੁਹਾਡੇ ਸਾਹਮਣੇ ਹੈ। ਉਹ ਤਾਂ ਉਸ ਤੋਂ ਬਾਅਦ ਮੈਂ ਕਾਂਗਰਸੀ ਮਤਾ ਇਸ ਕਰਕੇ ਕਹਿ ਰਿਹਾ ਕਿਉਂਕਿ ਕਾਂਗਰਸ ਪਾਰਟੀ ਦੀ ਇੱਕ ਲੰਬੀ ਹਿਸਟਰੀ ਰਹੀ ਹੈ ਅਕਾਲੀ ਦਲ ਦੀ ਤਰ੍ਹਾਂ ਔਰ ਬੀਜੇਪੀ ਦੀ ਤਰ੍ਹਾਂ ਕਿ ਉਹ ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਕਰਨੀ ਔਰ ਕਥਨੀ ਦੇ ਵਿੱਚ ਫਰਕ ਹੈ। MSP ਦੀ ਰਜੀਮ ਹੈ ਜਿਹੜੀ, ਇਹ ਗ੍ਰੀਨ ਰੈਵੋਲੂਸ਼ਨ ਵੇਲੇ ਦੀ ਚੱਲ ਰਹੀ ਹੈ। 60 ਸਾਲ ਹੋ ਗਏ,
ਅੱਜ ਤੱਕ ਕਿਸਾਨਾਂ ਨੂੰ ਲੀਗਲ ਗਰੰਟਿਡ ਐਸ਼ੋਰਡ ਪਰਚੇਜ਼ ਦਾ ਰਾਈਟ ਕਿਉਂ ਨਹੀਂ ਦਿੱਤਾ ਗਿਆ ਹੈਗਾ? ਪਹਿਲਾ ਸਵਾਲ। ਨੰਬਰ 2, ਜਦੋਂ 95-96 WTO ਐਗਰੀਮੈਂਟ ਹੋਏ ਨੇ ਉਦੋਂ ਉਸ ਤੋਂ ਬਾਅਦ ਕਾਂਗਰਸ ਲੰਮਾ ਸਮਾਂ 10 ਸਾਲ ਯੂਪੀਏ ਰਹੀ ਹੈ, ਉਹਨਾਂ ਦੇ ਪ੍ਰੈਸ਼ਰ ਇਹਨਾਂ ਦੇ ਉੱਪਰ ਵੀ ਰਹੇ, ਜਿਹਦੀ ਵਜ੍ਹਾ ਕਰਕੇ ਲੈ ਕੇ ਇਹ ਵੀ ਆਉਣਾ ਚਾਹੁੰਦੇ ਸੀਗੇ, ਪਰ ਯੂਪੀਏ ਦੇ ਸਮੇਂ ਕਾਂਗਰਸ ਕੋਲ ਪੂਰੀ ਮੈਜੋਰਿਟੀ ਨਹੀਂ ਸੀਗੀ, ਨਹੀਂ ਲਿਆ ਸਕੇ ਕਿ ਹੁਣ ਮੋਦੀ ਨੂੰ ਮੌਕਾ ਮਿਲਿਆ, ਉਹਨਾਂ ਨੇ ਲਿਆ ਕੇ ਪਾਸੇ ਕੀਤਾ। ਤੀਜੀ ਗੱਲ, 2017 ਦੇ ਮੈਨੀਫੈਸਟੋ ਦੇ ਵਿੱਚ, 2019 ਦੇ ਮੈਨੀਫੈਸਟੋ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹੀ ਕੁਝ ਪ੍ਰੋਮਿਸ ਕੀਤਾ ਸੀਗਾ ਜਿਹੜਾ ਇਹਨਾਂ 3 ਕਾਲੇ ਕਾਨੂੰਨਾਂ ਦੇ ਵਿੱਚ ਲਿਖਿਆ ਗਿਆ ਹੈ। ਚੌਥੀ ਗੱਲ, ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਉਹਨਾਂ ਨੇ ਕਮੇਟੀ ਬਣਾਈ ਕੋਵਿਡ ਦੌਰਾਨ, ਉਹਦੇ ਵਿੱਚ ਵੀ ਇਹੀ ਕੁਝ ਸੀਗਾ ਕਿ ਇਹ APMC ਐਕਟ ਹੈ, ਇਹ ਖਤਮ ਹੋਣਾ ਚਾਹੀਦਾ ਹੈ, ਪ੍ਰਾਈਵੇਟਾਈਜੇਸ਼ਨ ਹੈ ਜਿਹੜੀ ਕਾਰਪੋਰੇਟਾਈਜੇਸ਼ਨ ਹੈ ਉਹ ਹੋਣੀ ਚਾਹੀਦੀ ਹੈ, ਉਹ ਉਹੀ ਕੁਝ ਹੈ ਜੋ ਕੇਂਦਰ ਦੇ ਇਹਨਾਂ 3 ਕਾਲੇ ਕਾਨੂੰਨਾਂ ਦੇ ਵਿੱਚ ਹੈ। ਚੌਥੀ ਗੱਲ ਆ, ਆਲ ਪਾਰਟੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਜੀ ਨੇ ਕਿਹਾ ਕਿ ਤੁਸੀਂ ਲੈ ਕੇ ਸਾਰੇ ਪੋਲੀਟੀਕਲ ਪਾਰਟੀਆਂ ਦੇ ਔਰ ਜਥੇਬੰਦੀਆਂ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਕੋਲ ਜਾਓ। ਕੈਪਟਨ ਅਮਰਿੰਦਰ ਸਿੰਘ ਸੁੱਤੇ ਪਏ ਰਹੇ, ਨਹੀਂ ਲੈ ਕੇ ਗਏ ਹੈਗੇ ਤੇ ਹੁਣ ਟਰੈਕਟਰਾਂ ਦੇ ਉੱਪਰ ਚੜੇ ਫਿਰਦੇ ਨੇ। ਪੰਜਵੀਂ ਗੱਲ, ਅੱਜ ਤੋਂ 1.25 ਸਾਲ ਪਹਿਲਾਂ ਇੱਕ ਹਾਈ ਪਾਵਰਡ ਕਮੇਟੀ ਬਣਾਈ ਸੀਗੀ 7 ਚੀਫ ਮਿਨਿਸਟਰਾਂ ਦੀ ਨੀਤੀ ਆਯੋਗ ਦੇ ਰਾਹੀਂ ਪ੍ਰਧਾਨ ਮੰਤਰੀ ਨੇ। ਉਸ ਕਮੇਟੀ ਦੇ ਵਿੱਚ 7 ਚੀਫ ਮਿਨਿਸਟਰ ਸੀਗੇ, ਕਾਂਗਰਸ ਦੇ ਉਹਦੇ ਵਿੱਚ 2 ਸੀਗੇ, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਔਰ MP ਦੇ ਕਮਲ ਨਾਥ ਜੀ। ਕੈਪਟਨ ਅਮਰਿੰਦਰ ਸਿੰਘ ਤਾਂ ਅਨਫੋਰਚੂਨੇਟਲੀ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਉਸ ਮੀਟਿੰਗ ਦੇ ਵਿੱਚ ਗਏ ਨਹੀਂ ਹੈਗੇ, ਫਾਰਮ ਹਾਊਸ ਤੇ ਆਰਾਮ ਫਰਮਾ ਰਹੇ ਸੀਗੇ। ਅਗਲੀ ਮੀਟਿੰਗ ਦੇ ਵਿੱਚ 16 ਸਪਟੈਂਬਰ 2019 ਨੂੰ ਮਨਪ੍ਰੀਤ ਬਾਦਲ ਜਾਂਦੇ ਨੇ ਤੇ ਇਹਨਾਂ ਕਮੇਟੀਆਂ ਇਹਨਾਂ ਦੀਆਂ ਸਿਫਾਰਿਸ਼ਾਂ ਨੂੰ ਹਾਂ ਕਰਕੇ ਆ ਜਾਂਦੇ ਨੇ। ਪੰਜਾਬ ਦੇ ਲੋਕਾਂ ਨਾਲ, ਕਿਸਾਨਾਂ ਨਾਲ ਡਿਸਕਸ ਨਹੀਂ ਕਰਦੇ ਹੈਗੇ ਤੇ ਇਹ ਗੱਲ ਤਾਂ ਉਦੋਂ ਪਤਾ ਲੱਗਦਾ ਜਦੋਂ ਕੇਂਦਰ ਦੇ ਇੱਕ ਰਾਜ ਮੰਤਰੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕਹਿੰਦੇ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ 1.25 ਸਾਲ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕਾਲੇ ਕਾਨੂੰਨ ਨੇ ਜਿਹੜੇ ਉਹ ਬਣਨ ਜਾ ਰਹੇ ਨੇ, ਜੇ ਉਦੋਂ ਆ ਕੇ ਪੰਜਾਬ ਦੇ ਲੋਕਾਂ ਨਾਲ, ਜਥੇਬੰਦੀਆਂ ਨਾਲ, ਸਾਰੀਆਂ ਪੋਲੀਟੀਕਲ ਪਾਰਟੀਆਂ ਨਾਲ, ਮੀਡੀਆ ਨਾਲ, ਲੀਗਲ ਐਕਸਪਰਟਸ ਨਾਲ ਰਾਏ ਕਰਦੇ ਤੇ ਸਾਲ ਦੇ ਵਿੱਚ ਇਹ ਕੋਈ ਹੀਲਾ ਵਸੀਲਾ ਹੋ ਜਾਂਦਾ ਇਹਨਾਂ ਕਾਲੇ ਕਾਨੂੰਨਾਂ ਨੂੰ ਰੋਕਣ ਵਾਸਤੇ। 7ਵੀਂ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਜਿੰਨੇ ਵਾਅਦੇ ਕੀਤੇ ਸੀਗੇ 2017 ਦੇ ਮੈਨੀਫੈਸਟੋ ਦੇ ਵਿੱਚ, ਕਰ ਕਰਜ਼ਾ ਮਾਫ ਕਰੂੰਗਾ ਕਿਸਾਨਾਂ ਦਾ, 20,000 ਰੁਪਏ ਪਰ ਏਕੜ ਦਊਂਗਾ ਜੇ ਕਿਸੇ ਕਿਸਾਨ ਦਾ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ, 10 ਲੱਖ ਰੁਪਏ ਦਊਂਗਾ ਜੇ ਕੋਈ ਕਿਸਾਨ ਖੁਦਕੁਸ਼ੀ ਕਰ ਜਾਂਦਾ ਹੈ। ਇੱਕ ਵੀ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਨਹੀਂ ਕੀਤਾ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੀਡਰ ਦੀ ਔਰ ਜਿਸ ਪਾਰਟੀ ਦੀ ਐਡੀ ਵੱਡੀ ਲੰਬੀ ਹਿਸਟਰੀ ਹੋਵੇ ਕਿਸਾਨਾਂ ਨਾਲ ਤੋਂ ਰੋਕ ਮਾਉਣ ਦੀ, ਤੇ ਉਹਦੇ ਉੱਪਰ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ? ਇਹ ਸਾਡੇ ਨਾਲ ਸੀ ਅਮਨ ਅਰੋੜਾ, ਜਿਨ੍ਹਾਂ ਦਾ ਕਹਿਣਾ ਸੀ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 1 ਦਿਨ ਦਾ ਸੈਸ਼ਨ ਬੁਲਾਇਆ ਸੀ ਉਹਦਾ ਸਵਾਗਤ ਕਰਦੇ ਆ, ਨਾਲ ਹੀ ਨਾਲ ਇਹ ਵੀ ਕਹਿੰਦੇ ਕਿ ਜਿਹੜਾ ਇਹ ਸੈਸ਼ਨ ਵਧਾ ਕੇ 7 ਦਿਨ ਦਾ ਕਰ ਦੇਣਾ ਚਾਹੀਦਾ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਸੈਸ਼ਨ ਦੇ ਵਿੱਚ ਕਿਸਾਨਾਂ ਨੂੰ ਕਿੰਨਾ ਫਾਇਦਾ ਮਿਲਣ ਵਾਲਾ ਹੈ।